प्यारे किसान वीरों ते भैणों, ਸਾਡੇ ਸੂਬੇ 'ਚ ਮੱਕੀ ਦੀ ਕਾਸ਼ਤ ਵੱਲ ਵੀ ਕਾਫੀ ਰੁਝਾਨ ਕਿਸਾਨਾਂ ਦਾ ਵਧਣ ਡਿਆ। ਫਸਲਾਂ ਦੀ ਰਾਣੀ ਕਹਿੰਦੇ ਨੇ ਮੱਕੀ ਨੂੰ, ਤੇ ਮੱਕੀ ਐਸੀ ਫਸਲ ਏ ਕਿ ਇਹ ਫਸਲ ਜਿਹੜੀ ਏ ਪਾਣੀ ਵੀ ਘੱਟ ਲੈਂਦੀ ਏ ਤੇ ਸਾਡੇ ਫਸਲੀ ਚੱਕਰ 'ਚ ਬੜੇ ਵਧੀਆ ਢੰਗ ਨਾਲ ਫਿੱਟ ਵੀ ਬਹਿੰਦੀ ਏ ਔਰ ਇਸ ਫਸਲ ਤੋਂ ਪਦਾਰਥੀ ਬਥੇਰੇ ਬਣਦੇ ਆ। ਕੁੱਲ ਮਿਲਾ ਕੇ ਇਸ ਫਸਲ ਦੀ ਜਿਹੜੀ ਭਵਿੱਖ ਏ ਉਹ ਬੜਾ ਉਜਵਲ ਏ। ਅੱਜ ਅਸੀਂ ਵਿਸਥਾਰ ਨਾਲ ਗੱਲਾਂ ਕਰਾਂਗੇ ਕਿ ਮੱਕੀ ਦੀ ਫਸਲ ਦੀ ਤਕਨੀਕ ਕੀ ਏ ਔਰ ਕਿਸ ਢੰਗ ਨਾਲ ਸਾਡੇ ਸੂਬੇ 'ਚ ਮੱਕੀ ਦੀ ਖੇਤੀ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਔਰ ਨਾਲ ਦੇ ਨਾਲ ਕਿਸਾਨਾਂ ਨੂੰ ਕਿੱਦਾਂ ਉਹਦੇ ਫਾਇਦੇ ਹੋ ਸਕਦੇ ਨੇ। ਆਓ ਗੱਲਾਂ ਬਾਤਾਂ ਕਰਨੇ ਆ। मक्की एक ਆਲਟਰਨੇਟਿਵ ਦੇ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ। ਝੋਨੇ ਕਣਕ ਦਾ ਜੋ ਫਸਲੀ ਚੱਕਰ ਹੈ ਉਹਦੇ ਆਲਟਰਨੇਟਿਵ ਦੇ ਰੂਪ ਵਿੱਚ ਮੱਕੀ ਨੂੰ ਬਹੁਤ ਪ੍ਰਮੋਟ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਅਤੇ ਰਾਜ ਸਰਕਾਰ ਦੋਵੇਂ ਹੀ ਇਸ ਨੂੰ ਪ੍ਰਮੋਟ ਕਰ ਰਹੀਆਂ ਹਨ। ਇਹਦਾ ਇੱਕ ਖਾਸ ਕਾਰਨ ਹੈ। ਆਪਾਂ ਸਭ ਜਾਣਦੇ ਹਾਂ ਕਿ 5 ਦਰਿਆਵਾਂ ਦਾ ਪੰਜਾਬ ਹੈ, ਲੇਕਿਨ ਅੱਜ ਕੱਲ੍ਹ ਉਹ ਆਪਣੀ ਜ਼ਮੀਨੀ ਪਾਣੀ ਦੀ ਗਿਰਾਵਟ ਕਰਕੇ ਸੁਰਖੀਆਂ ਵਿੱਚ ਆਇਆ ਹੋਇਆ ਹੈ। 1966 'ਚ ਪੰਜਾਬ 'ਚ ਜਿਹੜਾ ਝੋਨੇ ਦਾ ਰਕਬਾ 5.5% ਸੀ, ਉਹ ਹੁਣ ਵੱਧ ਕੇ 40% ਤੋਂ ਵੀ ਜ਼ਿਆਦਾ ਹੋ ਗਿਆ ਹੈ। ਔਰ ਜੋ ਪਾਣੀ ਗਿਰਨ ਦੀ ਦਰ 1973 ਤੋਂ 2001 ਦੇ ਦੌਰਾਨ 0.2 ਮੀਟਰ ਪ੍ਰਤੀ ਸਾਲ ਦੀ ਸੀ, ਉਹ ਅਗਲੇ 5 ਸਾਲਾਂ 'ਚ ਹੀ ਕਾਫੀ ਵੱਧ ਗਈ ਅਤੇ ਹੁਣ 1 ਮੀਟਰ ਪ੍ਰਤੀ ਸਾਲ ਦੇ ਹਿਸਾਬ ਨਾਲ ਪਾਣੀ ਨੀਚੇ ਗਿਰ ਰਿਹਾ ਹੈ। ਜੇ ਆਪਾਂ ਮੱਕੀ ਨੂੰ ਦੇਖੀਏ ਤਾਂ ਮੱਕੀ ਦੀ ਫਸਲ ਨੂੰ ਪਾਣੀ ਕਾਫੀ ਘੱਟ ਲੱਗਦਾ ਹੈ। ਝੋਨੇ ਦੇ ਨਾਲ ਆਪਾਂ ਜੇ ਇਹਦਾ ਕੰਪੈਰੀਜ਼ਨ ਕਰੀਏ ਤਾਂ 1/3 ਪਾਣੀ ਲੱਗਦਾ ਹੈ ਅਤੇ ਗੰਨੇ ਦੇ ਨਾਲ ਕੰਪੈਰੀਜ਼ਨ ਦੇਖੀਏ ਤਾਂ 1/4 ਪਾਣੀ ਲੱਗਦਾ ਹੈ। ਸੋ 1 ਕਿਲੋ ਮੱਕੀ ਦੇ ਦਾਣਿਆਂ ਨੂੰ ਜਿੱਥੇ 800 ਜਾਂ 1000 ਲੀਟਰ ਪਾਣੀ ਦੀ ਲੋੜ ਹੁੰਦੀ ਹੈ, ਉੱਥੇ ਝੋਨੇ ਦੇ 1 ਕਿਲੋ ਨੂੰ 3000 ਤੋਂ 3500 ਲੀਟਰ ਪਾਣੀ ਦੀ ਲੋੜ ਰਹਿੰਦੀ ਹੈ। ਔਰ ਮੱਕੀ ਦੀ ਫਸਲ ਦੀ ਮਿਆਦ ਵੀ ਜਿਹੜੀ ਝੋਨੇ ਨਾਲੋਂ ਜਿਹੜੀ ਕਿ 120 ਦਿਨਾਂ ਦੀ ਹੁੰਦੀ ਹੈ ਔਰ ਗੰਨੇ ਨਾਲੋਂ ਜਿਹੜੀ ਕਿ 300 ਦਿਨਾਂ ਤੋਂ ਜ਼ਿਆਦਾ ਦੀ ਹੈ, ਉਹ ਤੋਂ ਘੱਟ ਰਹਿੰਦੀ ਹੈ। ਦਾਣਿਆਂ ਵਾਲੀ ਮੱਕੀ 100 ਤੋਂ 110 ਦਿਨਾਂ ਵਿੱਚ ਪੱਕ ਜਾਂਦੀ ਹੈ। ਔਰ ਮੱਕੀ ਦੀ ਜੋ ਕਾਰਬਨ ਟੂ ਨਾਈਟ੍ਰੋਜਨ ਰੇਸ਼ੋ ਹੈ ਉਹ ਵੀ ਚੰਗੀ ਹੋਣ ਕਰਕੇ ਮੱਕੀ ਦੀ ਜਿਹੜੀ ਰਹਿੰਦ ਖੂੰਦ ਹੈ, ਜੋ ਰੈਜ਼ੀਡਿਊ ਹੈ, ਜੇ ਉਹਨੂੰ ਮਿੱਟੀ 'ਚ ਮਿਲਾਇਆ ਜਾਵੇ ਤਾਂ ਉਹਦੇ 'ਚ ਵੀ ਆਰਗੈਨਿਕ ਕਾਰਬਨ ਜਾਂ ਜੈਵਿਕ ਕਾਰਬਨ ਨੂੰ ਵਾਧਾ ਮਿਲਦਾ ਹੈ। ਸੋ ਇਸ ਕਰਕੇ ਮੱਕੀ ਨੂੰ ਇੱਕ ਚੰਗੇ ਆਲਟਰਨੇਟਿਵ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਅੱਜ ਕੱਲ੍ਹ ਦੀ ਜੇ ਆਪਾਂ ਗੱਲ ਕਰੀਏ ਤਾਂ ਮੱਕੀ ਦੀ ਵਾਢੀ ਹੋ ਚੁੱਕੀ ਹੈ। ਹੁਣ ਦਾਣਿਆਂ ਨੂੰ ਸੰਭਾਲਣ ਦੀ ਲੋੜ ਹੈ। ਆਪਾਂ ਦੇਖ ਰਹੇ ਹਾਂ ਵੀ ਤਾਪਮਾਨ ਨੀਚੇ ਗਿਰ ਰਿਹਾ ਹੈ, ਪਰ ਜੇ ਦਾਣਿਆਂ 'ਚ ਮੋਇਸਚਰ ਕੰਟੈਂਟ ਜ਼ਿਆਦਾ ਰਹੇ ਤਾਂ ਉੱਲੀ ਲੱਗਣ ਦਾ ਡਰ ਹੈ। ਮੱਕੀ ਨੂੰ ਉੱਲੀ, ਜਿਹਨੂੰ ਆਪਾਂ ਐਸਪਰਗਿਲਸ ਕਹਿੰਦੇ ਹਾਂ, ਅਤੇ ਜਿਹੜਾ ਉਹਦਾ ਜ਼ਹਿਰ ਹੈ ਜਿਹਨੂੰ ਆਪਾਂ ਐਫਲਾਟੌਕਸਿਨ ਕਹਿੰਦੇ ਹਾਂ, ਉਹਨੂੰ ਲੱਗਣ ਦਾ ਬੜਾ ਖਤਰਾ ਰਹਿੰਦਾ ਹੈ। ਪੰਜਾਬ ਸਰਕਾਰ ਨੇ ਮੱਕੀ ਦੇ ਦਾਣਿਆਂ ਨੂੰ ਸੁਕਾਉਣ ਲਈ ਮੰਡੀਆਂ ਵਿੱਚ ਡਰਾਇਰ ਲਗਵਾਏ ਹਨ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਿਪਾਰਟਮੈਂਟ ਨੇ ਵੀ ਜੋ ਹੈ ਇੱਕ ਘੱਟ ਕੈਪੈਸਿਟੀ ਦਾ ਡਰਾਇਰ ਬਣਾਇਆ ਹੈ। ਮੱਕੀ ਦੇ ਦਾਣਿਆਂ ਨੂੰ ਸੁਕਾਉਣ ਦੀ ਦਰ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਬਹੁਤ ਤੇਜ਼ੀ ਨਾਲ ਮੱਕੀ ਦੇ ਦਾਣੇ ਸੁੱਕਦੇ ਹਨ ਤਾਂ ਉਹਨਾਂ ਦੇ ਅੰਦਰ ਬਰੀਕ ਤਰੇੜਾਂ ਪੈ ਜਾਂਦੀਆਂ ਹਨ। ਮੱਕੀ ਦੇ ਦਾਣੇ ਸਟੋਰੇਜ ਦੇ ਦੌਰਾਨ ਜਾਂ ਟਰਾਂਸਪੋਰਟੇਸ਼ਨ ਦੇ ਦੌਰਾਨ ਟੁੱਟ ਸਕਦੇ ਹਨ ਅਤੇ ਸਟਾਰਚ ਵਾਸਤੇ ਉਹਨਾਂ ਦੀ ਯੀਲਡ ਕਾਫੀ ਘੱਟ ਜਾਂਦੀ ਹੈ। ਇਸ ਕਰਕੇ ਬਿਲਕੁਲ ਠੀਕ ਦਰ 'ਤੇ ਮੱਕੀ ਨੂੰ ਠੀਕ ਤਾਪਮਾਨ 'ਤੇ ਸੁਕਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਹਦੀ ਗੁਣਵੱਤਾ ਜੋ ਹੈ ਉਹ ਬਣੀ ਰਹੇ। ਜੇ ਆਪਾਂ ਮੌਸਮੀ ਤਬਦੀਲੀ ਦੀ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਕਲਾਈਮੇਟ ਚੇਂਜ ਦੇ ਨਾਲ ਮਿੱਟੀ ਦੀ ਸਿਹਤ 'ਤੇ ਵੀ ਬਹੁਤ ਅਸਰ ਪੈ ਰਿਹਾ ਹੈ। ਸੋ ਸਾਡੇ ਕੋਲ ਮੱਕੀ ਦੇ ਇਸ ਤਰ੍ਹਾਂ ਦੇ ਮਾਡਲ ਹਨ ਜਿਨ੍ਹਾਂ ਨੂੰ ਆਪਾਂ ਕੰਜ਼ਰਵੇਸ਼ਨ ਐਗਰੀਕਲਚਰ ਦਾ ਨਾਂ ਦਿੰਦੇ ਹਾਂ, ਸੰਰਕਸ਼ਣ ਖੇਤੀ, ਜਿਹਦੇ ਨਾਲ ਕਿ ਮਿੱਟੀ 'ਚ ਵੀ ਸੁਧਾਰ ਹੁੰਦਾ ਹੈ। ਇੱਕ ਪਾਸੇ ਜਿੱਥੋਂ ਆਪਾਂ ਦੇਖਦੇ ਹਾਂ ਵੀ ਝੋਨੇ 'ਚ ਪਡਲਿੰਗ ਜ਼ਿਆਦਾ ਹੋਣ ਕਰਕੇ ਮਿੱਟੀ ਦੀ ਬਣਤਰ ਵੀ ਖਰਾਬ ਹੁੰਦੀ ਹੈ, ਮਿੱਟੀ 'ਚ ਜਿਹੜੇ ਪੌਸ਼ਟਿਕ ਤੱਤ ਨੇ ਉਹਨਾਂ ਦਾ ਅਸੰਤੁਲਨ ਹੋ ਜਾਂਦਾ ਹੈ ਅਤੇ ਮਿੱਟੀ ਦਾ ਖਾਰਾਪਣ ਵੀ ਵੱਧਦਾ ਹੈ। ਇਹਨਾਂ ਸਭ ਚੀਜ਼ਾਂ ਤੋਂ ਕੰਜ਼ਰਵੇਸ਼ਨ ਐਗਰੀਕਲਚਰ ਦੀ ਵਿਧੀ ਜੋ ਹੈ ਉਹ ਬਚਾਉਂਦੀ ਹੈ। ਉਹ ਜਿਹੜੀ ਖਰਾਬ ਹੋਈ ਮਿੱਟੀ ਹੈ ਉਹਨੂੰ ਠੀਕ ਵੀ ਕਰ ਸਕਦੀ ਹੈ ਅਤੇ ਮਿੱਟੀ ਦੀ ਬਣਤਰ ਨੂੰ ਹੋਰ ਵਧੀਆ ਕਰ ਸਕਦੀ ਹੈ। ਅਤੇ ਜਿਹਨੂੰ ਆਪਾਂ ਵਿਸ਼ੇਸ਼ ਮੱਕੀਆਂ ਸਪੈਸ਼ਲਟੀ ਕੌਰਨਸ ਕਹਿੰਦੇ ਹਾਂ, ਜਿੱਦਾਂ ਬੇਬੀ ਕੌਰਨ ਹੋ ਗਿਆ, ਸਵੀਟ ਕੌਰਨ ਹੋ ਗਿਆ, ਇਹਨਾਂ ਨੂੰ ਆਰਗੈਨਿਕ ਖੇਤੀ ਦੇ ਹੇਠਾਂ ਵੀ ਲਿਆ ਜਾ ਸਕਦਾ ਹੈ। ਮੱਕੀ ਜੋ ਕਿ ਝੋਨੇ ਦਾ ਇੱਕ ਬਹੁਤ ਵਧੀਆ ਬਦਲ ਪੰਜਾਬ ਦੇ ਵਿੱਚ ਹੈ, ਇਹਦੇ ਵਿੱਚ ਸਾਨੂੰ ਪਾਣੀ ਵੀ ਘੱਟ ਲਾਉਣੇ ਪੈਂਦੇ ਆ ਅਤੇ ਅਸੀਂ ਕੁਝ ਜਿਹੜੇ ਫਸਲੀ ਚੱਕਰ ਯੂਨੀਵਰਸਿਟੀ ਦੇ ਵਿੱਚ ਅਸੀਂ ਇਹਨਾਂ ਨੂੰ ਖੇਤਾਂ ਦੇ ਵਿੱਚ ਪਰਖਿਆ
ਤੇ ਇਹ ਦੇਖਿਆ ਵੀ ਅਸੀਂ ਝੋਨੇ ਕਣਕ ਫਸਲੀ ਚੱਕਰ ਦੇ ਮੁਕਾਬਲੇ ਅਸੀਂ ਆਮਦਨ ਵੀ ਲੈ ਸਕਦੇ ਹਾਂ, ਸਾਡੀ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹ ਵੀ ਸਾਡੀ ਬਰਕਰਾਰ ਰਹਿੰਦੀ ਆ, ਤੇ ਨਾਲ ਦੀ ਨਾਲ ਹੀ ਸਾਡੀ ਜਿਹੜੀ ਪਾਣੀ ਦੀ ਬਚਤ ਵੀ ਸਾਡੀ ਕਾਫੀ ਜਦੋਂ ਅਸੀਂ ਮੱਕੀ ਆਧਾਰਿਤ ਫਸਲੀ ਚੱਕਰ ਕਰਦੇ ਹਾਂ ਉਹਨਾਂ ਦੇ ਵਿੱਚ ਹੁੰਦੀ ਆ। ਪਹਿਲਾਂ ਤਾਂ ਹੈ ਮੱਕੀ, ਮੱਕੀ ਤੋਂ ਬਾਅਦ ਆਲੂ, ਆਲੂ ਤੋਂ ਬਾਅਦ ਪਿਆਜ਼। ਜਿਹੜਾ ਕਿਸਾਨ ਵੀਰੋ ਇਹ ਫਸਲੀ ਚੱਕਰ ਆ ਇਹਦੇ ਵਿੱਚ ਸਾਡਾ ਜਿਹੜਾ ਪਾਣੀ ਦੀ ਕਾਫੀ ਬਚਤ ਹੁੰਦੀ ਆ। ਤਕਰੀਬਨ 75 ਸੈਂਟੀਮੀਟਰ ਪਾਣੀ ਸਾਡਾ ਬਚ ਜਾਂਦਾ ਝੋਨਾ ਕਣਕ ਫਸਲੀ ਚੱਕਰ ਦੇ ਮੁਕਾਬਲੇ। ਤੇ ਜਦੋਂ ਅਸੀਂ ਆਮਦਨ ਦੀ ਗੱਲ ਕਰਦੇ ਹਾਂ, ਸਾਰੇ ਖਰਚੇ ਕੱਢਣ ਤੋਂ ਬਾਅਦ ਆਮਦਨ ਤਕਰੀਬਨ ਸਾਡੀ ਝੋਨੇ ਕਣਕ ਫਸਲੀ ਚੱਕਰ ਦੇ ਮੁਕਾਬਲੇ ਸਾਡੀ ਦੁੱਗਣੀ ਤੋਂ ਵੀ ਜ਼ਿਆਦਾ ਆਉਂਦੀ ਹੈ। ਤੇ ਇਸੇ ਨਾਲ ਹੀ ਇੱਕ ਸਾਡਾ ਹੋਰ ਫਸਲੀ ਚੱਕਰ ਆ ਮੱਕੀ, ਮੱਕੀ ਤੋਂ ਬਾਅਦ ਸਰੋਂ, ਸਰੋਂ ਤੋਂ ਬਾਅਦ ਸੱਠੀ ਮੂੰਗੀ। ਜਦੋਂ ਅਸੀਂ ਸਰੋਂ ਤੋਂ ਬਾਅਦ ਸੱਠੀ ਮੂੰਗੀ ਬੀਜਦੇ ਹਾਂ, ਇਹ ਜਿਹੜੀ ਮੂੰਗੀ ਆ ਇਹ ਸਾਡੇ ਬਿਲਕੁਲ ਸਾਡੇ ਘਰ ਆਉਂਦੀ ਆ, ਕਿਉਂਕਿ ਜਦੋਂ ਅਸੀਂ ਕਣਕ ਤੋਂ ਬਾਅਦ ਮੂੰਗੀ ਲਾਉਂਦੇ ਹਾਂ ਤੇ ਕਈ ਵਾਰੀ ਸਾਡੀ ਲੇਟ ਹੋ ਜਾਂਦੀ ਆ ਮੂੰਗੀ, ਤੇ ਉਦੋਂ ਸਾਡੀ ਜਿਹੜੀ ਇਹ ਮੂੰਗੀ ਦੀ ਫਸਲ ਆ ਉਹ ਸਾਡੀ ਬਾਰਿਸ਼ਾਂ ਦੇ ਵਿੱਚ ਆਉਣ ਕਰਕੇ ਸਾਡੀ ਪੂਰੀ ਜਿਹੜੀ ਮੂੰਗੀ ਆ ਉਹ ਸਾਡੇ ਘਰ ਨਹੀਂ ਆਉਂਦੀ। ਇਸੇ ਲਈ ਵੀ ਜੇਕਰ ਅਸੀਂ ਘਰ ਵਾਸਤੇ ਤੇਲ ਬੀਜ ਤੇ ਨਾਲ ਅਸੀਂ ਦਾਲਾਂ ਦੀਆਂ ਫਸਲਾਂ ਲਾਉਣੀਆਂ ਹੋਣ ਤੇ ਅਸੀਂ ਫਿਰ ਮੱਕੀ, ਮੱਕੀ ਤੋਂ ਬਾਅਦ ਗੋਭੀ ਸਰੋਂ, ਗੋਭੀ ਸਰੋਂ ਤੋਂ ਬਾਅਦ ਸੱਠੀ ਮੂੰਗੀ, ਇਹ ਫਸਲੀ ਚੱਕਰ ਸਾਡਾ ਕਾਫੀ ਲਾਹੇਵੰਦ ਸਿੱਧ ਹੋਇਆ। ਕੁਝ ਇੱਕ ਏਰੀਆ ਸਾਡਾ ਜਿਹੜਾ ਸਪਰਿੰਗ ਜਿਹੜੀ ਮੱਕੀ ਆ ਉਹਦੇ ਵਿੱਚ ਵੀ ਸਾਡਾ ਕਾਫੀ ਏਰੀਆ ਸਾਡਾ ਆਇਆ ਹੋਇਆ। ਇਹਦੇ 'ਚ ਹੁਸ਼ਿਆਰਪੁਰ ਸਾਈਡ ਦੇ ਉੱਪਰ ਆ, ਕਪੂਰਥਲਾ ਸਾਈਡ ਦੇ ਉੱਪਰ ਸਾਡੀ ਕਾਫੀ ਜਿਹੜੀ ਮੱਕੀ ਆ ਉਹ ਸਾਡੀ ਜਨਵਰੀ ਦੇ ਅਖੀਰ ਤੋਂ ਲੈ ਕੇ ਅਸੀਂ ਫਰਵਰੀ ਦੇ ਵਿੱਚ ਬੀਜਦੇ ਹਾਂ ਤੇ ਇਹਨੂੰ ਅਸੀਂ ਮਈ ਦੇ ਵਿੱਚ ਅਸੀਂ ਇਹਨੂੰ ਵੱਢ ਲੈਂਦੇ ਹਾਂ। ਤੇ ਇਹ ਜਿਹੜਾ ਮੱਕੀ ਦਾ ਝਾੜ ਆ ਅਸੀਂ ਕਾਫੀ ਤਜਰਬੇ ਕੀਤੇ ਆ। ਜਿਹੜੀ ਸਾਡੀ ਇਹ ਮੱਕੀ ਆ, ਜਦੋਂ ਅਸੀਂ ਇਹਨੂੰ ਮੁੱਖ ਜਿਹੜੀ ਸਾਡੀ ਮੱਕੀ ਆ ਜਿਹੜੀ ਅਸੀਂ ਜੂਨ ਦੇ ਮਹੀਨੇ ਲਾਉਂਦੇ ਆ ਉਹਦੇ ਮੁਕਾਬਲੇ ਸਾਨੂੰ ਵੱਧ ਝਾੜ ਦਿੰਦੀ ਆ, ਲੇਕਿਨ ਕੁਝ ਪਾਣੀ ਇਹਦੇ 'ਚ ਜ਼ਿਆਦਾ ਲੱਗਦੇ ਆ। ਪਾਣੀ ਜ਼ਿਆਦਾ ਜਿਹੜੇ ਲੱਗਦੇ ਆ ਉਹਨੂੰ ਘਟਾਉਣ ਵਾਸਤੇ ਅਸੀਂ ਡ੍ਰਿਪ ਸਿਸਟਮ ਕਰ ਸਕਦੇ ਹਾਂ, ਅਸੀਂ ਸਬ ਸਰਫੇਸ ਇਰੀਗੇਸ਼ਨ ਸਿਸਟਮ ਕਰ ਸਕਦੇ ਹਾਂ, ਤੇ ਇਹਦੇ ਨਾਲ ਸਾਡੀ ਜਿਹੜੀ ਪਾਣੀ ਦੀ ਵੀ ਬਚਤ ਹੁੰਦੀ ਹੈ ਤੇ ਮੱਕੀ ਤੋਂ ਅਸੀਂ ਵੱਧ ਝਾੜ ਵੀ ਲੈ ਲੈਂਦੇ ਹਾਂ। ਇਹਦੇ ਵਿੱਚ ਵੀ ਯੂਨੀਵਰਸਿਟੀ ਨੇ ਕਾਫੀ ਲੰਬੇ ਅਰਸੇ ਦੇ ਤੌਰ ਦੇ ਉੱਪਰ ਤਜਰਬੇ ਕੀਤੇ ਤੇ ਇਹਦੇ 'ਚ ਇਹ ਦੇਖਿਆ ਵੀ ਅਸੀਂ ਪਹਿਲਾਂ ਤਾਂ ਅਸੀਂ ਆਪਣੇ ਮੇਨ ਸੀਜ਼ਨ ਦੀ ਮੱਕੀ ਲਾਵਾਂਗੇ, ਉਸ ਤੋਂ ਬਾਅਦ ਅਸੀਂ ਆਲੂ ਲਾਵਾਂਗੇ, ਆਲੂ ਤੋਂ ਬਾਅਦ ਫਿਰ ਅਸੀਂ ਦੁਬਾਰਾ ਅਸੀਂ ਸਪਰਿੰਗ ਮੇਜ਼ ਲਾਵਾਂਗੇ, ਅਸੀਂ ਮੱਕੀ ਦੁਬਾਰਾ ਫਿਰ ਲਾਵਾਂਗੇ। ਮਤਲਬ ਇਸ ਫਸਲੀ ਚੱਕਰ ਦੇ ਵਿੱਚ 2 ਮੱਕੀਆਂ ਹੋ ਗਈਆਂ ਤੇ ਵਿਚਾਲੇ ਸਾਡੇ ਆਲੂ ਆ ਗਏ। ਇਹਦੇ ਨਾਲ ਇੱਕ ਹੋਰ ਫਸਲੀ ਚੱਕਰ ਵੀ ਅਸੀਂ ਸਿਫਾਰਿਸ਼ ਕੀਤਾ, ਉਹਦੇ 'ਚ ਪਹਿਲਾਂ ਅਸੀਂ ਮੇਨ ਸੀਜ਼ਨ ਦੀ ਮੱਕੀ ਲਾਵਾਂਗੇ, ਮੇਨ ਸੀਜ਼ਨ ਦੀ ਮੱਕੀ ਤੋਂ ਬਾਅਦ ਫਿਰ ਅਸੀਂ ਦੁਬਾਰਾ ਮਟਰ ਲਾਵਾਂਗੇ, ਮਟਰਾਂ ਤੋਂ ਬਾਅਦ ਦੁਬਾਰਾ ਫਿਰ ਅਸੀਂ ਮੱਕੀ ਲਾਵਾਂਗੇ। ਤੇ ਇਹ ਜਿਹੜੇ ਮੈਂ ਦੋਨੇ ਫਸਲੀ ਚੱਕਰਾਂ ਦੀ ਗੱਲ ਕੀਤੀ ਆ, ਇਹਦੇ 'ਚ ਮੱਕੀ ਮੇਨ ਸੀਜ਼ਨ ਦੀ ਵੀ ਆ ਗਈ ਔਰ ਮੱਕੀ ਜਿਹੜੀ ਸਾਡੀ ਜਨਵਰੀ ਦੇ ਅਖੀਰ 'ਚ ਅਸੀਂ ਲਾਉਂਦੇ ਆ ਉਹ ਵੀ ਸਾਡੀ ਮੱਕੀ ਆ ਗਈ। ਤੇ ਇਹਨਾਂ ਜਿਹੜੀਆਂ 2 ਮੱਕੀਆਂ ਦੇ ਨਾਲ ਸਾਡਾ ਜਿਹੜਾ ਫਸਲੀ ਚੱਕਰ ਵੀ ਬਦਲ ਗਿਆ ਤੇ ਨਾਲ ਅਸੀਂ ਵਿੱਚ ਇੱਕ ਦੇ ਵਿੱਚ ਅਸੀਂ ਲੈਗਿਊਮੀਨਸ ਕ੍ਰੌਪ ਲੈ ਕੇ ਆਂਦੀ ਆ ਤੇ ਇੱਕ ਦੇ ਵਿੱਚ ਅਸੀਂ ਆਲੂ ਲੈ ਕੇ ਆਂਦੇ ਨੇ। ਤੇ ਸਾਡਾ ਜਿਹੜਾ ਇਹਨਾਂ ਜਦੋਂ ਅਸੀਂ ਝੋਨੇ ਕਣਕ ਫਸਲੀ ਚੱਕਰ ਨਾਲ ਮੁਕਾਬਲਾ ਕਰਦੇ ਆ ਤੇ ਸਾਡਾ ਝੋਨੇ ਕਣਕ ਫਸਲੀ ਚੱਕਰ ਦੇ ਮੁਕਾਬਲੇ ਸਾਡੀ ਜ਼ਮੀਨ ਦੀ ਸਿਹਤ ਵੀ ਸਾਡੀ ਬਰਕਰਾਰ ਰਹਿੰਦੀ ਆ, ਸਾਡੀ ਉਪਜਾਊ ਸ਼ਕਤੀ ਵੱਧਦੀ ਆ ਤੇ ਨਾਲ ਦੀ ਨਾਲ ਹੀ ਸਾਡਾ ਜਿਹੜਾ ਪਾਣੀ ਦੀ ਖਪਤ ਆ ਉਹ ਵੀ ਸਾਡੀ ਇਹਨਾਂ ਫਸਲੀ ਚੱਕਰਾਂ ਦੇ ਵਿੱਚ ਘੱਟ ਆਉਂਦੀ ਆ। ਹਾਂ, ਜਦੋਂ ਅਸੀਂ ਮੱਕੀ ਨੂੰ ਜਨਵਰੀ ਫਰਵਰੀ 'ਚ ਲਾਉਂਦੇ ਆ ਉਦੋਂ ਕੁਝ ਪਾਣੀ ਜ਼ਿਆਦਾ ਲਾਉਣੇ ਪੈਂਦੇ ਆ ਤੇ ਉਹਦੇ ਵਾਸਤੇ ਸਾਨੂੰ ਨਵੀਆਂ ਤਕਨੀਕਾਂ ਨੇ ਜਿਹਦੇ 'ਚ ਸਬ ਸਰਫੇਸ ਇਰੀਗੇਸ਼ਨ ਵਾਟਰ ਆ, ਮਤਲਬ ਅਸੀਂ ਜ਼ਮੀਨ ਦੇ ਥੱਲੇ ਹੀ ਅਸੀਂ ਆਪਣੀਆਂ ਡ੍ਰਿਪ ਇਰੀਗੇਸ਼ਨ ਦੀਆਂ ਪਾਈਪਾਂ ਪਾ ਲੈਂਦੇ ਆ ਤੇ ਉਹਦੇ ਨਾਲ ਸਾਡਾ ਪਾਣੀ ਦੀ ਕਾਫੀ ਬਚਤ ਹੁੰਦੀ ਆ। ਜਦੋਂ ਅਸੀਂ ਜ਼ਮੀਨ ਦੇ ਉੱਪਰ ਵੀ ਅਸੀਂ ਡ੍ਰਿਪ ਇਰੀਗੇਸ਼ਨ ਦਿੰਦੇ ਆ ਉਹਦੇ ਨਾਲ ਵੀ ਸਾਡੀ ਪਾਣੀ ਦੀ ਕਾਫੀ ਸਾਡੀ ਬਚਤ ਹੁੰਦੀ ਆ। ਤਾਂ ਸਾਨੂੰ ਇਹ ਨਵੀਆਂ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਨੇ, ਨਵੇਂ ਸਾਨੂੰ ਫਸਲੀ ਚੱਕਰ ਅਪਣਾਉਣੇ ਚਾਹੀਦੇ ਆ ਤੇ ਇਹਨਾਂ ਦੇ ਨਾਲ ਅਸੀਂ ਜੋ ਸਾਡੀ ਪੰਜਾਬ ਦੇ ਵਿੱਚ ਅਸੀਂ ਬਦਲਵੇਂ ਫਸਲੀ ਚੱਕਰ ਲਿਆ ਸਕਦੇ ਆ ਤੇ ਨਾਲ ਦੀ ਨਾਲ ਹੀ ਅਸੀਂ ਜੋ ਸਾਡੀ ਕੁਦਰਤੀ ਸਰੋਤ ਆ ਪਾਣੀ ਉਹਦੀ ਅਸੀਂ ਕਾਫੀ ਹੱਦ ਤੱਕ ਅਸੀਂ ਬਚਤ ਕਰ ਸਕਦੇ ਆ। ਮੱਕੀ ਦੀ ਫਸਲ ਨੂੰ ਆਪਾਂ ਜੇ ਸਾਲ ਦੀ ਗੱਲ ਕਰੀਏ ਤੇ ਵੱਖ-ਵੱਖ ਮਹੀਨਿਆਂ 'ਚ ਵੱਖ-ਵੱਖ ਮੌਸਮਾਂ 'ਚ ਬੀਜਿਆ ਜਾ ਸਕਦਾ ਆਪਣੀ ਸਹੂਲਤ ਅਨੁਸਾਰ। ਤੇ ਮੱਕੀ ਦਾ ਚਾਰਾ ਵੀ ਬਥੇਰਾ ਕਿਸਾਨ ਚੰਗੇ ਪੈਸੇ ਕਮਾਉਂਦੇ ਨੇ। ਔਰ ਮੱਕੀ ਦੀ ਗੱਲ ਹੈ ਜੇ ਆਪਾਂ ਬਹਾਰ ਰੁੱਤ ਦੀ ਗੱਲ ਕਰ ਲਈਏ, ਸਿਆਲ ਰੁੱਤ ਦੀ ਗੱਲ ਕਰ ਲਈਏ, ਸੌਣੀ ਰੁੱਤ ਦੀ ਗੱਲ ਕਰ ਲਈਏ, ਹਰ ਸੀਜ਼ਨ 'ਚ ਮੱਕੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਮਾਂ ਵੀ ਕਾਫੀ ਮੱਕੀ ਦੀਆਂ ਦਿੱਤੀਆਂ ਗਈਆਂ ਹੈਗੀਆਂ। ਔਰ ਜਦੋਂ ਅਸੀਂ ਮੱਕੀ ਦੀ ਬਿਹਤਰੀ ਦੀ ਕਾਸ਼ਤ ਦੀ ਗੱਲ ਕਰਨੇ ਆ ਤੇ ਉਹਨਾਂ ਤਕਨੀਕੀ ਗਿਆਨ ਨੂੰ ਆਪਾਂ ਨੂੰ ਹਾਸਲ ਕਰਕੇ ਮੱਕੀ ਦੀ ਫਸਲ ਤੋਂ ਚੰਗਾ ਝਾੜ ਲੈਣ ਦੇ ਉਪਰਾਲੇ ਕਰਨੇ ਚਾਹੀਦੇ ਨੇ। ਜੇ ਆਪਾਂ ਬੇਬੀ ਕੌਰਨ ਦੀ ਗੱਲ ਕਰੀਏ ਤਾਂ ਇਹ ਮੱਕੀ ਦੀ ਸਭ ਤੋਂ ਘੱਟ ਮਿਆਦ ਵਾਲੀ ਫਸਲ ਹੈ।
ਸੌਣੀ 'ਚ ਇਹ 60 ਤੋਂ 70 ਦਿਨਾਂ ਦੇ ਅੰਦਰ ਤੇ ਹਾੜੀ 'ਚ 80 ਤੋਂ 100 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੀ ਹੈ। ਇੱਥੇ ਸਾਨੂੰ ਇਹ ਗੱਲ ਦੇਖਣੀ ਜ਼ਰੂਰੀ ਹੈ ਕਿ ਜਿਹੜਾ ਬੇਬੀਕੌਰਨ ਦਾ ਖੇਤ ਹੈ ਉਹ ਆਮ ਮੱਕੀ ਨਾਲੋਂ 400 ਮੀਟਰ ਦੀ ਦੂਰੀ ਤੇ ਹੋਵੇ ਅਤੇ ਬਿਜਾਈ ਦੇ ਸਮੇਂ 'ਚ ਵੀ 10-15 ਦਿਨਾਂ ਦਾ ਜੋ ਫਰਕ ਜਾਂ ਗੈਪ ਉਹ ਦੇਣਾ ਚਾਹੀਦਾ ਹੈ ਤਾਂ ਕਿ ਬੇਬੀਕੌਰਨ ਦੀ ਗੁਣਵੱਤਾ ਬਣੀ ਰਹੇ। ਇਹਦੀ ਵਾਢੀ ਸਵੇਰੇ ਜਾਂ ਸ਼ਾਮ ਨੂੰ ਕਰਨੀ ਚਾਹੀਦੀ ਹੈ ਅਤੇ ਇਹਨੂੰ ਸ਼ੈੱਡ ਦੇ ਹੇਠਾਂ ਠੰਡੇ ਵਾਤਾਵਰਣ 'ਚ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਜੇ ਆਪਾਂ ਮਿੱਠੀ ਮੱਕੀ ਜਾਂ ਜਿਹਨੂੰ ਆਪਾਂ ਸਵੀਟ ਕੌਰਨ ਕਹਿੰਦੇ ਆ, ਉਹ ਵੀ ਇੱਕ ਬਹੁਤ ਪ੍ਰੋਫਿਟੇਬਲ ਕ੍ਰੌਪ ਹੈ ਅਤੇ ਫਸਲ ਪਰਾਗਣ ਤੋਂ 20 ਦਿਨਾਂ 'ਚ ਉਹ ਤਿਆਰ ਹੋ ਜਾਂਦੀ ਹੈ। ਉਹਦੇ ਲਈ ਵੀ ਆਮ ਮੱਕੀ ਨਾਲੋਂ 400 ਮੀਟਰ ਦੀ ਦੂਰੀ ਅਤੇ ਬਿਜਾਈ ਦੀ ਜੇ ਆਪਾਂ ਗੱਲ ਕਰੀਏ ਤਾਂ 10-15 ਦਿਨਾਂ ਦਾ ਜੇ ਗੈਪ ਹੋਵੇ ਤਾਂ ਸਵੀਟ ਕੌਰਨ ਦੀ ਵੀ ਜਿਹੜੀ ਗੁਣਵੱਤਾ ਹੈ ਉਹ ਬਣੀ ਰਹਿੰਦੀ ਹੈ। ਇੱਥੇ ਆਪਾਂ ਦੇਖਦੇ ਹਾਂ ਕਿ ਕੁਝ ਪਿੰਡਾਂ ਨੇ ਇਹ ਫੈਸਲਾ ਕਰ ਲਿਆ ਕਿ ਆਪਾਂ ਜਾਂ ਤਾਂ ਬੇਬੀਕੌਰਨ ਉਗਾਵਾਂਗੇ ਜਾਂ ਸਵੀਟ ਕੌਰਨ ਉਗਾਵਾਂਗੇ। ਉਹ ਆਮ ਮੱਕੀ ਜਿਹਨੂੰ ਆਪਾਂ ਫੀਲਡ ਕੌਰਨ ਕਹਿੰਦੇ ਆ ਉਹਦੀ ਖੇਤੀ ਨਹੀਂ ਕਰਦੇ ਤਾਂ ਕਿ ਬੇਬੀਕੌਰਨ ਜਾਂ ਸਵੀਟ ਕੌਰਨ ਦੀ ਗੁਣਵੱਤਾ ਬਣੀ ਰਹੇ। ਜੇ ਆਪਾਂ ਮੱਕੀ 'ਚ ਮਸ਼ੀਨੀਕਰਨ ਦੀ ਗੱਲ ਕਰੀਏ ਤਾਂ ਮੱਕੀ 'ਚ ਮਸ਼ੀਨੀਕਰਨ ਦੀਆਂ ਬਹੁਤ ਸੰਭਾਵਨਾ ਹਨ। ਮੱਕੀ ਦੇ ਦਾਣੇ ਵੱਡੇ ਹਨ ਅਤੇ ਫਸਲ ਜਿਹੜੀ ਹੈ ਚੌੜਾਈ ਵਾਲੀ ਹੈ, ਰੋ ਟੂ ਰੋ ਜਿਹੜੀ ਦੂਰੀ ਹੈ ਉਹ ਵੱਡੀ ਹੈ, ਸੋ ਇਸ ਕਰਕੇ ਟਰੈਕਟਰ ਆਸਾਨੀ ਨਾਲ ਜਾ ਸਕਦਾ ਹੈ ਔਰ ਇਹਦੀ ਮਸ਼ੀਨੀਕਰਨ ਹੋ ਸਕਦੀ ਹੈ। ਭਾਰਤ ਸਰਕਾਰ ਨੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਹਦਾ ਨਾਮ ਹੈ ਇਥਨੋਲ ਬਲੈਂਡਡ ਪੈਟਰੋਲ। ਇਹਦਾ ਅਰਥ ਹੈ ਕਿ ਪੈਟਰੋਲ ਦੇ ਵਿੱਚ ਬਾਇਓ ਇਥਨੋਲ ਨੂੰ ਰਲਾ ਕੇ ਗੱਡੀਆਂ ਦੇ ਵਿੱਚ ਫਿਊਲ ਦੀ ਤਰ੍ਹਾਂ ਬਾਲਿਆ ਜਾਵੇ। ਇਹਦੇ ਦੋ ਫਾਇਦੇ ਹਨ। ਇੱਕ ਤਾਂ ਬਾਇਓ ਇਥਨੋਲ ਕ੍ਰਿਸ਼ੀ ਖੇਤਰ ਨੂੰ ਬਹੁਤ ਫਾਇਦਾ ਕਰੇਗੀ ਕਿਉਂਕਿ ਮੱਕੀ ਦੇ ਜੇ ਆਪਾਂ ਗੱਲ ਕਰੀਏ ਤਾਂ ਮੱਕੀ ਦੇ ਦਾਣਿਆਂ ਤੋਂ ਵੀ ਅਤੇ ਮੱਕੀ ਦੀ ਜਿਹੜੀ ਰਹਿੰਦ ਖੂੰਦ ਹੈ ਉਹਦੇ ਤੋਂ ਵੀ ਇਥਨੋਲ ਬਣਾਈ ਜਾ ਸਕਦੀ ਹੈ। ਜਦੋਂ ਇਸ ਬਾਇਓ ਇਥਨੋਲ ਨੂੰ ਪੈਟਰੋਲ 'ਚ ਰਲਾ ਕੇ ਬਾਲਿਆ ਜਾਂਦਾ ਹੈ ਤਾਂ ਉਹਦਾ ਪ੍ਰਦੂਸ਼ਣ ਘੱਟ ਹੁੰਦਾ ਹੈ। ਦੂਸਰਾ ਫਾਇਦਾ ਇਹ ਹੈ ਕਿ ਇਹਦੇ ਨਾਲ ਦੇਸ਼ ਨੂੰ ਊਰਜਾ ਸੁਰੱਖਿਆ ਮਿਲਦੀ ਹੈ, ਜਿਹਨੂੰ ਆਪਾਂ એનર્ਜੀ ਸਿਕਿਉਰਿਟੀ ਦੀ ਗੱਲ ਕਰਦੇ ਹਾਂ। ਅੱਜ ਦੁਨੀਆ ਦੇ ਸਾਰੇ ਦੇਸ਼ ਇਹ ਚਾਹੁੰਦੇ ਹਨ ਕਿ ਊਰਜਾ ਦੇ ਸਰੋਤ ਉਹਨਾਂ ਦੇ ਆਪਣੇ ਦੇਸ਼ ਦੇ ਅੰਦਰ ਬਣਦੇ ਹੋਣ। ਸੋ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਕੋਲ ਵੀ ਬਾਇਓਫਿਊਲ ਦੀ ਕੈਪੈਸਿਟੀ ਹੋਵੇ। ਮੱਕੀ ਦੇ ਵਿੱਚ ਜਦੋਂ ਆਪਾਂ ਝੋਨੇ ਕਣਕ ਫਸਲੀ ਚੱਕਰ ਦੇ ਨਾਲ ਮੁਕਾਬਲਾ ਕਰਦੇ ਹਾਂ ਬਦਲਵੇਂ ਫਸਲੀ ਚੱਕਰਾਂ ਦਾ, ਤੇ ਸਾਡੇ ਕੋਲੇ ਜਿਹੜਾ ਮੇਨ ਸੀਜ਼ਨ ਦੇ ਵਿੱਚ ਮੱਕੀ ਹੀ ਸਾਡੇ ਕੋਲ ਇੱਕ ਵਿਕਲਪ ਬਚਦਾ ਜੋ ਸਾਡਾ ਅੱਛਾ ਪੰਜਾਬ ਦੇ ਪੌਣ ਪਾਣੀ ਦੇ ਅਨੁਸਾਰ ਕਾਫੀ ਸਾਡਾ ਜਿਹੜਾ ਝਾੜ ਆਉਂਦਾ ਵਾ ਤੇ ਇਹਦੇ ਤੋਂ ਸਾਡੇ ਪ੍ਰੋਡਕਟ ਬਹੁਤ ਬਣਦੇ ਨੇ। ਮੱਕੀ ਤੋਂ ਪੋਲਟਰੀ ਫਾਰਮ ਦੇ ਵਿੱਚ ਕੰਮ ਆਉਂਦੀ ਆ, ਸਾਡੇ ਜਿਹੜੀ ਡੇਅਰੀ ਫਾਰਮਿੰਗ ਦੇ ਵਿੱਚ ਕੰਮ ਆਉਂਦੀ ਆ ਤੇ ਇਹਦੇ ਨਾਲ ਦੀ ਨਾਲ ਹੀ ਜਿਹੜਾ ਇਹਦਾ ਹਰਾ ਚਾਰਾ ਉਹ ਵੀ ਅਸੀਂ ਆਪਣੇ ਪਸ਼ੂਆਂ ਦੇ ਵਿੱਚ ਕੰਮ ਦੇ ਤੌਰ ਦੇ ਉੱਪਰ ਲੈ ਕੇ ਆਉਂਦੇ ਆ। ਤੇ ਹੋਰ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਕੁਝ ਇਸ ਤਰ੍ਹਾਂ ਦੇ ਫਸਲੀ ਚੱਕਰ ਵੀ ਅਸੀਂ ਦਿੱਤੇ ਨੇ ਜਿਹਦੇ ਵਿੱਚ ਅਸੀਂ ਜਿਹੜੀਆਂ ਛੱਲੀਆਂ ਨੇ, ਛੱਲੀਆਂ ਨੂੰ ਅਸੀਂ ਅਲੱਗ ਤੌਰ ਦੇ ਉੱਪਰ ਵੇਚਾਂਗੇ। ਉਸ ਤੋਂ ਬਾਅਦ ਜਿਹੜਾ ਉਹਦਾ ਹਰੇ ਆਪਣੇ ਬੱਚਿਆਂ ਦਾ ਹਰੇ ਉਹਨੂੰ ਅਸੀਂ ਪੱਠਿਆਂ ਦੇ ਤੌਰ ਦੇ ਉੱਪਰ ਅਸੀਂ ਉਹਨੂੰ ਆਪਣੀ ਡੇਅਰੀ ਫਾਰਮਿੰਗ ਦੇ ਵਿੱਚ ਵਰਤਦੇ ਹਾਂ। ਇਹਦੇ ਨਾਲ ਹੀ ਇੱਕ ਹੋਰ ਵਿਕਲਪ ਵੀ ਹੈ ਜੋ ਮੱਕੀ ਦਾ ਹੈ ਬਚਿਆ ਹੈਗਾ, ਉਹਦੇ 'ਚ ਅਸੀਂ ਬੇਬੀਕੌਰਨ ਦੀ ਕਾਸ਼ਤ ਕਰਦੇ ਹਾਂ। ਬੇਬੀਕੌਰਨ ਦੇ ਵਿੱਚ ਅਸੀਂ ਜਿਸ ਤਰ੍ਹਾਂ ਮੱਕੀ ਨੂੰ ਇਹਨੂੰ ਅਸੀਂ ਅਪ੍ਰੈਲ ਦੇ ਮਹੀਨੇ ਤੋਂ ਲੈ ਕੇ ਅਸੀਂ ਇਹਨੂੰ ਅਗਸਤ ਤੱਕ ਲਾ ਸਕਦੇ ਹਾਂ। ਬੇਬੀਕੌਰਨ ਦੇ ਵਿੱਚ ਇਹ ਹੈ ਕਿ ਅਸੀਂ ਇਹਨੂੰ ਜਿਸ ਤਰ੍ਹਾਂ 55 ਕੁ ਦਿਨ ਦੇ ਬਾਅਦ ਇਹਦੇ 'ਚ ਸਾਡੀਆਂ ਜਿਹੜੀਆਂ ਛੱਲੀਆਂ ਨੇ ਉਹ ਸਾਡੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਜਦੋਂ ਕੋ ਉਹਨਾਂ ਦੇ ਉੱਪਰ ਉਹਨਾਂ ਦੇ ਜਿਹੜੇ ਸਿਲਕ ਕਹਿੰਦੇ ਆ, ਜਿਹਨੂੰ ਆਪਾਂ ਵਾਲ ਕਹਿੰਦੇ ਆ, ਜਦੋਂ ਕੋ ਆਉਣੇ ਸ਼ੁਰੂ ਹੁੰਦੇ ਆ ਉਦੋਂ ਹੀ ਸਾਨੂੰ ਤੋੜ ਲੈਣਾ ਚਾਹੀਦਾ ਤੇ ਇਹਦੇ 'ਚ ਅਸੀਂ ਦਾਣਾ ਨਹੀਂ ਬਣਨ ਦੇਣਾ। ਬੇਬੀਕੌਰਨ ਉਹਨੂੰ ਕਹਿੰਦੇ ਆ, ਮਤਲਬ ਬਿਨਾਂ ਦਾਣੇ ਤੋਂ ਅਸੀਂ ਜਿਹੜੀ ਛੱਲੀ ਆ ਉਹ ਅਸੀਂ ਲੈਣੀ ਆ। ਇਹਦੇ 'ਚ ਕੈਲਸ਼ੀਅਮ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਤੇ ਬਾਹਰਲੇ ਮੁਲਕਾਂ ਦੇ ਵਿੱਚ ਇਹਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨੂੰ ਵਰਤਿਆ ਜਾਂਦਾ ਤੇ ਇਹ ਸਾਡਾ ਕਾਫੀ ਜ਼ਿਆਦਾ ਨਿਊਟ੍ਰੀਸ਼ੀਅਸ ਵੀ ਆ। ਤੇ ਆਪਾਂ ਜਿਹੜੇ ਕਿਸਾਨ ਵੀਰ ਆ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਚੀਜ਼ਾਂ ਅਸੀਂ ਖਿਲਾ ਸਕਦੇ ਹਾਂ। ਜਿਹੜੀਆਂ ਅਸੀਂ ਬਾਹਰੋਂ ਮਹਿੰਗੀਆਂ ਲੈ ਕੇ ਖਿਲਾਉਣੀਆਂ ਨੇ ਉਹ ਅਸੀਂ ਆਪਣੇ ਖੇਤ ਦੇ ਵਿੱਚ ਹੀ ਅਸੀਂ ਪੈਦਾ ਕਰਕੇ ਆਪਣੇ ਬੱਚਿਆਂ ਨੂੰ ਵਧੀਆ ਨਿਊਟ੍ਰੀਸ਼ਨ ਅਸੀਂ ਦੇ ਸਕਦੇ ਹਾਂ। ਇਹਦੀ ਜਦੋਂ ਆਪਾਂ ਇੱਕ ਵਾਰੀ ਛੱਲੀ ਤੋੜ ਲਈ ਉਸ ਤੋਂ ਬਾਅਦ ਦੁਬਾਰਾ ਇਹਦੇ ਫਿਰ ਛੱਲੀ ਆ ਜਾਂਦੀ ਆ। ਇਹ ਅਸੀਂ ਤਕਰੀਬਨ 70 ਕੁ ਦਿਨ ਦੇ ਉੱਤੇ ਅਸੀਂ ਲੈ ਕੇ ਜਾਵਾਂਗੇ ਇਹ ਫਸਲ। ਉਸ ਤੋਂ ਬਾਅਦ ਅਸੀਂ ਇਹਨੂੰ ਦੁਬਾਰਾ ਕੱਟ ਕੇ ਅਸੀਂ ਇਹਨੂੰ ਆਪਣੇ ਪਸ਼ੂਆਂ ਨੂੰ ਚਾਰੇ ਦੇ ਤੌਰ ਦੇ ਉੱਪਰ ਵੀ ਵਰਤ ਸਕਦੇ ਹਾਂ। ਤਾਂ ਕਿਸਾਨ ਵੀਰੋ ਜਿਹੜੀ ਮੱਕੀ ਆ, ਮੱਕੀ ਸਾਡਾ ਬਹੁਤ ਹੀ ਵਧੀਆ ਵਿਕਲਪ ਆ। ਇਹਨੂੰ ਅਸੀਂ ਫਸਲੀ ਚੱਕਰਾਂ ਦੇ ਵਿੱਚ ਲੈ ਕੇ ਆਈਏ ਤੇ ਅਸੀਂ ਇਹਦੇ ਨਾਲ ਜਿਹੜੀ ਆ ਸਾਡੀ ਡਿਵਰਸੀਫਿਕੇਸ਼ਨ ਆ ਸਾਡੀ ਉਹ ਵੀ ਸਾਡੀ ਪੂਰੀ ਆਉਂਦੀ ਆ। ਸਾਡੇ ਜਿਹੜੇ ਪਾਣੀ ਦੇ ਸਰੋਤ ਆ ਸਾਡੇ ਉਹ ਵੀ ਸਾਡੇ ਬਚਦੇ ਨੇ ਤੇ ਮੱਕੀ ਸਾਡਾ ਜਿਹੜਾ ਮੁੱਖ ਸੀਜ਼ਨ ਦੇ ਵਿੱਚ ਵੀ ਤੇ ਬਾਅਦ ਦੇ ਵਿੱਚ ਵੀ ਸਾਡੀ ਮੱਕੀ ਕਾਫੀ ਸਾਡੀ ਵਧੀਆ ਬਦਲਵਾਂ ਫਸਲੀ ਚੱਕਰ ਸਾਨੂੰ ਆਉਂਦਾ।
ਮੱਕੀ ਦੀ ਫਸਲ ਤੋਂ ਉਤਪਾਦ ਬੜੇ ਬਣਦੇ ਆ। ਔਰ ਜੇ ਅੱਜ ਆਪਾਂ ਇੰਡਸਟਰੀ ਦੀ ਗੱਲ ਕਰੀਏ, ਬਹੁਤ ਇੰਡਸਟਰੀ ਜਿਹੜੀ ਏ ਉਹ ਸਿੱਧੀ ਮੱਕੀ ਦੀ ਫਸਲ ਦੀ ਕਾਸ਼ਤਕਾਰੀ ਨਾਲ ਜੁੜੀ ਹੋਈ ਏ। ਔਰ ਐਵੇਂ ਨਹੀਂ ਇਹਨੂੰ ਫਸਲਾਂ ਦੀ ਰਾਣੀ ਕਹਿੰਦੇ, ਇਸੇ ਕਰਕੇ ਕਹਿੰਦੇ ਨੇ ਕਿ ਜੇ ਕਿਸਾਨ ਮੱਕੀ ਦੀ ਕਾਸ਼ ਕਰਦਾ ਹੈ ਤੇ ਸੂਬੇ 'ਚ ਬੜੇ ਬਥੇਰੇ ਐਵੀਨਿਊਜ਼ ਨੇ, ਬਥੇਰੇ ਉਪਰਾਲੇ ਨੇ ਜਿਨ੍ਹਾਂ ਨਾਲ ਜੁੜ ਕੇ ਸਾਡਾ ਕਿਸਾਨ ਜਿਹੜਾ ਹੈ ਮੱਕੀ ਦੀ ਫਸਲ ਤੋਂ ਚੰਗਾ ਉਤਪਾਦਨ ਲੈ ਸਕਦਾ ਹੈ, ਚੰਗਾ ਫਾਇਦਾ ਲੈ ਸਕਦਾ ਹੈ। ਔਰ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਹੈਗੀ ਏ ਕਿ ਕੁਦਰਤੀ ਵਸੀਲੇ, ਸਾਡਾ ਜਿਹੜਾ ਜ਼ਮੀਨ ਹੇਠਲਾ ਪਾਣੀ ਹੈ ਉਹ ਮੱਕੀ ਦੀ ਕਾਸ਼ ਨਾਲ ਬਹੁਤ ਬਚਦਾ ਹੈ। ਜੇ ਆਪਾਂ ਝੋਨੇ ਦੀ ਗੱਲ ਕਰਨੇ ਆ ਤਾਂ ਬਹੁਤ ਪਾਣੀ ਲੱਗਦਾ ਹੈ, ਲੇਕਿਨ ਮੱਕੀ ਦੀ ਕਾਸ਼ ਨਾਲ ਪਾਣੀ ਦੀ ਵੀ ਬੜੀ ਬਚਤ ਹੁੰਦੀ ਹੈ। ਕੁੱਲ ਮਿਲਾ ਕੇ ਜੇ ਭਵਿੱਖ ਦੀ ਖੇਤੀ ਜਿਹੜੀ ਹੈ ਮੱਕੀ ਦੀ ਕਹੀ ਜਾ ਸਕਦੀ ਹੈ। ਅੱਜ ਕੱਲ੍ਹ ਬਹੁਤ ਸਾਰੇ ਕਿਸਾਨ ਭਰਾ ਦੇਖਦੇ ਹੋਣਗੇ ਕਿ ਡਰੋਨ ਟੈਕਨੋਲੋਜੀ ਦਾ ਬੜਾ ਅਖਬਾਰਾਂ 'ਚ ਜ਼ਿਕਰ ਆ ਰਿਹਾ ਹੈ। ਸੋ ਡਰੋਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਇੱਕ ਹਵਾਈ ਯੰਤਰ ਹੈ ਜਿਹਨੂੰ ਕਿ ਰਿਮੋਟ ਕੰਟਰੋਲ ਦੇ ਨਾਲ ਉਡਾਇਆ ਜਾਂਦਾ ਹੈ। ਇਸ ਨੂੰ ਉਡਾਉਣ ਵਾਸਤੇ ਇੱਕ ਡਰੋਨ ਪਾਇਲਟ ਲਾਇਸੈਂਸ ਦੀ ਲੋੜ ਹੁੰਦੀ ਹੈ। ਇਹ ਲਾਇਸੈਂਸ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਵਾਲੇ ਪ੍ਰੋਵਾਈਡ ਕਰਦੇ ਹਨ। ਡਰੋਨ ਦੀਆਂ ਕਈ ਕੈਟਾਗਰੀਜ਼ ਹਨ, ਜਿੱਦਾਂ ਡਰੋਨ ਹੈ ਜਿਹਦਾ ਕਿ ਭਾਰ ਲਗਭਗ 250 ਗ੍ਰਾਮ ਬਹੁਤ ਹਲਕਾ ਹੁੰਦਾ ਹੈ। ਫਿਰ ਇਸ ਤੋਂ ਬਾਅਦ ਮਾਈਕਰੋ ਡਰੋਨ ਹੈ ਜਿਹਦਾ 2 ਕਿਲੋ ਦੇ ਲਗਭਗ ਭਾਰ ਰਹਿੰਦਾ ਹੈ। ਸਮਾਲ ਡਰੋਨ ਹਨ ਜਿਨ੍ਹਾਂ ਦਾ ਕਿ ਭਾਰ 25 ਕਿਲੋ ਦੇ ਲਗਭਗ ਰਹਿੰਦਾ ਹੈ। ਫਿਰ ਮੀਡੀਅਮ ਸਾਈਜ਼ ਡਰੋਨ ਹਨ ਜਿਨ੍ਹਾਂ ਦਾ ਕਿ ਭਾਰ 150 ਕਿਲੋ, ਅਤੇ ਫਿਰ ਜਿਹੜੇ ਲਾਰਜ ਡਰੋਨ ਹਨ ਉਹ 150 ਕਿਲੋ ਤੋਂ ਜ਼ਿਆਦਾ ਦੇ ਹੁੰਦੇ ਹਨ। ਇਸ ਵਾਰ ਦੀ ਜਿਹੜੀ ਬਜਟ ਦੀ ਸਪੀਚ ਸੀਗੀ ਉਹਦੇ 'ਚ ਕਿਸਾਨ ਡਰੋਨ ਦੀ ਗੱਲ ਕੀਤੀ ਗਈ, ਯਾਨੀ ਕਿ ਡਰੋਨ ਟੈਕਨੋਲੋਜੀ ਦਾ ਖੇਤੀਬਾੜੀ 'ਚ ਕਿਸ ਤਰ੍ਹਾਂ ਪ੍ਰਯੋਗ ਕੀਤਾ ਜਾ ਸਕਦਾ ਹੈ। ਜੇ ਆਪਾਂ ਮੱਕੀ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜੀ ਮੱਕੀ ਭਾਰਤ ਦੀ ਹੈ ਉਹ ਮੀਂਹ 'ਤੇ ਆਧਾਰਿਤ ਹੈ। ਸੋ ਇਹਦਾ ਮਤਲਬ ਹੈ ਕਿ ਜਿਹੜੀਆਂ ਵੀ ਖੇਤੀ ਕਾਰਜ ਕਰਨ ਦੀ ਲੋੜ ਹੈ ਉਹ ਸਾਰੇ ਦੇ ਸਾਰੇ ਬਹੁਤ ਛੇਤੀ ਕਰਨੇ ਪੈਂਦੇ ਹਨ, ਕਿਉਂਕਿ ਉਹ ਵਿੰਡੋ ਬਹੁਤ ਘੱਟ ਹੈ, ਕਿਉਂਕਿ ਉਹ ਸਾਰੇ ਮੀਂਹ 'ਤੇ ਆਧਾਰਿਤ ਹਨ। ਸੋ ਇਸ ਕਰਕੇ ਜਦੋਂ ਕਿਤੇ ਲੇਬਰ ਦੀ ਸ਼ਾਰਟੇਜ ਹੈ ਜਾਂ ਉਹਨਾਂ ਪ੍ਰੋਪਰ ਪੂਰਾ ਸਮਾਂ ਨਹੀਂ ਹੈ ਤਾਂ ਉਸ ਕੇਸ 'ਚ ਵੀ ਡਰੋਨ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਡਰੋਨ ਟੈਕਨੋਲੋਜੀ ਦਾ ਜ਼ਿਆਦਾਤਰ ਇਸਤੇਮਾਲ ਜਿਹੜਾ ਹੈ ਉਹ ਕੀਟਨਾਸ਼ਕਾਂ ਜਾਂ ਨਦੀਨਨਾਸ਼ਕਾਂ ਦੇ ਛਿੜਕਾਅ ਲਈ, ਹਵਾਈ ਮਾਰਗ ਰਾਹੀਂ ਉਹਨਾਂ ਦੇ ਛਿੜਕਾਅ ਲਈ ਪ੍ਰਯੋਗ ਕੀਤਾ ਜਾਂਦਾ ਹੈ। ਅਤੇ ਦੇਖਿਆ ਗਿਆ ਹੈ ਕਿ ਹਵਾਈ ਛਿੜਕਾਅ ਦੇ ਨਾਲ ਜਿਹੜੀ ਯੂਜ਼ ਐਫੀਸ਼ੀਐਂਸੀ ਹੈ, ਪੈਸਟੀਸਾਈਡ ਯੂਜ਼ ਐਫੀਸ਼ੀਐਂਸੀ ਕਾਫੀ ਵੱਧ ਜਾਂਦੀ ਹੈ। ਇਹਦੇ ਬਦਲੇ ਜੇ ਆਪਾਂ ਖੇਤ 'ਚ ਦੇਖੀਏ, ਜਿਹੜੇ ਨੈਪਸੈਕ ਸਪਰੇਅਰ ਹਨ ਜਿਨ੍ਹਾਂ ਨੂੰ ਮੈਨੂਅਲੀ ਆਪਰੇਟ ਕੀਤਾ ਜਾਂਦਾ ਹੈ ਉਹਨਾਂ ਦੀ ਐਫੀਸ਼ੀਐਂਸੀ ਘੱਟ ਦੇਖੀ ਗਈ ਹੈ, ਜਦਕਿ ਡਰੋਨ ਦੇ ਨਾਲ ਸਪਰੇਅ ਦੀ ਐਫੀਸ਼ੀਐਂਸੀ ਕਾਫੀ ਜ਼ਿਆਦਾ ਦੇਖੀ ਗਈ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵੀ ਡਰੋਨ ਸਪਰੇਅਰ ਲਈ ਟੈਂਡਰ ਪਾਏ ਹੋਏ ਹਨ, ਅਤੇ ਤੇਲੰਗਾਨਾ ਦੀ ਸਟੇਟ ਐਗਰੀਕਲਚਰ ਜਿਹੜੀ ਯੂਨੀਵਰਸਿਟੀ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਇਹਦੇ 'ਚ ਪਿਛਲੇ ਸਾਲ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਦੇ ਲਈ ਜ਼ਰੂਰੀ ਹੈ ਕਿ ਕਿਸਾਨ ਨੂੰ ਪਤਾ ਹੋਏ ਕਿ ਇਸ ਟੈਕਨੋਲੋਜੀ ਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਔਰ ਇਹ ਤੋਂ ਕਿਸ ਤਰ੍ਹਾਂ ਫਾਇਦਾ ਲਿੱਤਾ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਮੈਂ ਝੋਨੇ ਦਾ ਇੱਕ ਤੁਹਾਨੂੰ ਉਦਾਹਰਨ ਦਿੰਦਾ, ਇਨਸੈਕਟੀਸਾਈਡ ਰੈਜ਼ਿਸਟੈਂਸ ਮੈਨੇਜਮੈਂਟ ਪਲਾਨ ਦੀ ਗੱਲ ਕੀਤੀ ਜਾਂਦੀ ਹੈ, ਯਾਨੀ ਕਿ ਜਿਹੜੇ ਝੋਨੇ ਦੇ ਕੀਟ ਹਨ ਉਹਨਾਂ ਕੀਟਾਂ ਵਾਸਤੇ ਇੱਕ ਹੀ ਕੈਮੀਕਲ ਨਾ ਵਰਤਿਆ ਜਾਵੇ, ਉਹਨਾਂ ਲਈ ਵੱਖਰੇ ਵੱਖਰੇ ਕੈਮੀਕਲ, ਵੱਖਰੀਆਂ ਸਟੇਜਾਂ ਵਾਲੇ ਕੈਮੀਕਲ ਵਰਤੇ ਜਾਣ ਤਾਂ ਜੋ ਕੀਟਨਾਸ਼ਕ ਜਿਹੜਾ ਹੈ ਉਹ ਵਧੇਰੇ ਸਮੇਂ ਲਈ ਅਸਰਦਾਰ ਰਹੇ। ਐਸੇ ਤਰ੍ਹਾਂ ਦੇ ਪਲਾਨ ਮੱਕੀ ਲਈ ਵੀ ਵਰਤੇ ਜਾ ਸਕਦੇ ਹਨ। ਅਤੇ ਜਿਹੜੇ ਫਾਰਮਰ ਡਰੋਨ ਟੈਕਨੋਲੋਜੀ ਵਰਤਣਾ ਚਾਹੁੰਦੇ ਹਨ ਉਹਨਾਂ ਲਈ ਜ਼ਰੂਰੀ ਨਹੀਂ ਹੈ ਕਿ ਆਪ ਉਹਨਾਂ ਨੂੰ ਡਰੋਨ ਉਡਾਉਣਾ ਆਉਂਦਾ ਹੋਏ। ਡਰੋਨ ਐਜ਼ ਅ ਸਰਵਿਸ ਕਰਕੇ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਕਿ ਉਹ ਸੇਵਾਵਾਂ ਪ੍ਰਦਾਨ ਕਰਦੀਆਂ ਨੇ। ਜੇ ਕਿਸਾਨ ਵੀਰ ਉਹਨਾਂ ਨਾਲ ਗੱਲ ਕਰਨ, ਉਹਨਾਂ ਨਾਲ ਸਾਰਾ ਪਲਾਨ ਸਾਂਝਾ ਕਰਕੇ, ਉਹਨਾਂ ਨਾਲ ਆਪਣਾ ਰੇਟ ਫਿਕਸ ਕਰਕੇ, ਤਾਂ ਉਹ ਡਰੋਨ ਦੇ ਨਾਲ ਸਾਰੇ ਛਿੜਕਾਅ ਜਿਹੜੇ ਆ ਕਰ ਸਕਦੇ ਹਨ। ਸੋ ਡਰੋਨ ਟੈਕਨੋਲੋਜੀ ਦੇ ਨਾਲ ਜਿੱਥੇ ਛਿੜਕਾਅ ਕੀਤਾ ਜਾਂਦਾ ਹੈ ਦਵਾਈਆਂ ਦਾ, ਉੱਥੇ ਹੀ ਫਸਲ ਦਾ ਨਿਰੀਖਣ ਵੀ ਕੀਤਾ ਜਾ ਸਕਦਾ ਹੈ। ਅਤੇ ਇੱਕ ਬੜੀ ਸੁਨਹਿਰੀ ਓਪਰਚੁਨਿਟੀ ਹੈ ਜਿਹੜੀਆਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਹਨ, ਕਿਉਂਕਿ ਭਾਰਤ ਸਰਕਾਰ ਨਾ ਕੇਵਲ ਟ੍ਰੇਨਿੰਗ ਦੇ ਰਹੀ ਹੈ ਇਸ ਤਕਨੀਕ 'ਚ, ਬਲਕਿ ਉਹ ਸਬਸਿਡੀ ਵੀ ਪ੍ਰੋਵਾਈਡ ਕਰ ਰਹੀ ਹੈ। ਸੋ ਜੇ ਕਿਸੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨੇ ਡਰੋਨ ਖਰੀਦਣੇ ਹੋਣ ਤਾਂ ਉਹਨਾਂ ਨੂੰ ਕਾਫੀ ਚੰਗੀ ਸਬਸਿਡੀ ਮਿਲ ਜਾਂਦੀ ਹੈ। ਸੋ ਇਸ ਕਰਕੇ ਉਹ ਆਪਣੀ ਕੈਪੈਸਿਟੀ ਬਿਲਡਿੰਗ ਵੀ ਕਰ ਸਕਦੇ ਹਨ। ਔਰ ਇਹ ਖੇਤਰ ਬਹੁਤ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ। ਇਕੱਲੇ ਭਾਰਤ ਵਿੱਚ ਹੀ ਅਗਲੇ 3 ਸਾਲਾਂ ਵਿੱਚ ਡਰੋਨ ਬਣਾਉਣ ਵਾਲਾ ਜਿਹੜਾ ਬਿਜ਼ਨਸ ਹੈ ਉਹ 5000 ਕਰੋੜ ਰੁਪਏ, ਅਤੇ ਡਰੋਨ ਦੇ ਨਾਲ ਵੱਖ-ਵੱਖ ਸੇਵਾਵਾਂ ਦੇਣ ਦਾ ਜਿਹੜਾ ਬਿਜ਼ਨਸ ਹੈ ਉਹ ਲਗਭਗ 30,000 ਕਰੋੜ ਰੁਪਏ ਦੇ ਲਾਗੇ ਛਾਗੇ ਮੰਨਿਆ ਜਾ ਰਿਹਾ ਹੈ। ਸੋ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਜਿੱਥੇ ਲੇਬਰ ਦਾ ਇਸ਼ੂ ਆ ਰਿਹਾ ਹੈ ਜਾਂ ਖੇਤੀ ਕਾਰਜ ਨੂੰ ਸੁਚੱਜੇ ਢੰਗ ਨਾਲ ਛੇਤੀ ਕਰਨ ਦੀ ਗੱਲ ਆ ਰਹੀ ਹੈ, ਉੱਥੇ ਇਸ ਨਵੀਂ ਟੈਕਨੋਲੋਜੀ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨ। ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਪਾਣੀ ਨੂੰ ਬਚਾਉਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੇ ਕਿਸਾਨ ਵੀਰ ਮੱਕੀ ਵੱਲ ਧਿਆਨ ਦੇਣ। ਜਿਹੜੇ ਕਿਸਾਨ ਵੀਰਾਂ ਦੀ ਨਵੀਂ ਜਨਰੇਸ਼ਨ ਹੈ, ਨਵੀਂ ਪੀੜ੍ਹੀ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਜਿਹੜੀਆਂ ਨੇ
ਉਹਨਾਂ ਨੂੰ ਵੀ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਵਿਗਿਆਨਿਕ ਖੇਤੀ ਦੇ ਰਾਹੀਂ ਮੱਕੀ ਨੂੰ ਇੱਕ ਚੰਗੇ ਥਾਂ ਤੇ ਲੈ ਕੇ ਜਾਇਆ ਸਕੇ। ਤੇ ਇੱਕ ਮੈਂ ਕਿਸਾਨ ਵੀਰੋ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਜਦੋਂ ਅਸੀਂ ਮੱਕੀ ਨੂੰ ਆਪਣੇ ਡੇਅਰੀ ਫਾਰਮਿੰਗ ਦੇ ਵਿੱਚ ਵਰਤਦੇ ਹਾਂ ਮੱਕੀ ਦੇ ਚਾਰੇ ਨੂੰ, ਤੇ ਉਹਦੇ ਵਿੱਚ ਵੀ ਜਦੋਂ ਅਸੀਂ ਦੂਜੇ ਚਾਰੇ ਨਾਲ ਕੰਪੇਅਰ ਕਰਦੇ ਹਾਂ, ਜਿੱਦਾਂ ਅਸੀਂ ਬਾਜਰਾ ਪਾਉਂਦੇ ਹਾਂ, ਸਾਡੇ ਜਿਹੜੀ ਦੁੱਧ ਦੀ ਪੈਦਾਵਾਰ ਆ ਉਹ ਵੀ ਸਾਡੀ ਮੱਕੀ ਜਦੋਂ ਅਸੀਂ ਪਾਉਂਦੇ ਹਾਂ ਸਾਡੀ ਵੱਧਦੀ ਆ। ਮੱਕੀ ਦੇ ਵਿੱਚ ਪ੍ਰੋਟੀਨ ਹੀ ਨਹੀਂ, ਇਹਦੇ 'ਚ ਕਾਰਬੋਹਾਈਡਰੇਟਸ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜਿਹੜੀ ਕਿ ਪਸ਼ੂਆਂ ਨੂੰ ਕਾਫੀ ਜ਼ਿਆਦਾ ਉਹ ਚਾਹ ਕੇ ਇਹਨੂੰ ਖਾਂਦੇ ਨੇ, ਤੇ ਦੁੱਧ ਦੀ ਪੈਦਾਵਾਰ ਵੀ ਜਦੋਂ ਅਸੀਂ ਮੱਕੀ ਪਾਉਂਦੇ ਹਾਂ ਸਾਡੀ ਵੱਧਦੀ ਆ। ਕਈ ਕਿਸਾਨ ਵੀਰ ਤਾਂ ਇਸ ਤਰ੍ਹਾਂ ਵੀ ਆ ਗਏ ਨੇ ਵੀ ਬਰਸੀਮ ਦੀ ਵਰਤੋਂ ਘੱਟ ਕਰਦੇ ਆ, ਤੇ ਉਹ ਸਰਦੀਆਂ ਦੇ ਵਿੱਚ ਵੀ ਉਹ ਜਿਹੜੀ ਮੱਕੀ ਦਾ ਚਾਰਾ ਪਸ਼ੂਆਂ ਨੂੰ ਦੇਣ ਲੱਗ ਗਏ ਆ, ਵੀ ਤਾਂ ਕਿ ਜਿਹੜੀ ਸਾਡੀ ਦੁੱਧ ਦੀ ਉਤਪਾਦਨ ਆ ਉਹ ਸਾਡਾ ਬਰਕਰਾਰ ਰਵੇ, ਸਾਡਾ ਵਧਿਆ ਰਵੇ। ਜੋ ਸਾਡਾ ਝੋਨਾ ਕਣਕ ਪੰਜਾਬ ਦਾ ਫਸਲੀ ਚੱਕਰ ਆ, ਜਦੋਂ ਅਸੀਂ ਇਹਨੂੰ ਬਦਲਵੇਂ ਫਸਲੀ ਚੱਕਰਾਂ ਦੇ ਵਿੱਚ ਲੈ ਕੇ ਆਉਂਦੇ ਆ, ਤੇ ਮੱਕੀ ਸਾਡਾ ਬਹੁਤ ਹੀ ਵਧੀਆ ਸਾਡਾ ਵਿਕਲਪ ਆ। ਇਹਨੂੰ ਸਾਨੂੰ ਆਪਣੇ ਫਸਲੀ ਚੱਕਰਾਂ ਦੇ ਵਿੱਚ ਲੈ ਕੇ ਆਉਣਾ ਚਾਹੀਦਾ। ਜਿਵੇਂ ਅਸੀਂ ਝੋਨਾ ਕਣਕ ਫਸਲੀ ਚੱਕਰ ਕਰਦੇ ਆ, ਸਾਡੀ ਜਿਹੜੀ ਜ਼ਮੀਨ ਦੀ ਬਣਤਰ ਆ ਉਹ ਵੀ ਸਾਡੀ ਇਹਦੇ ਨਾਲ ਹਾਰਡ ਪੈਨ ਵੀ ਸਾਡਾ ਬਣਦਾ, ਕਿਉਂਕਿ ਜਦੋਂ ਅਸੀਂ ਕੱਦੂ ਕਰਦੇ ਆ ਤੇ ਸਾਡੀ ਜਿਹੜੀ ਜ਼ਮੀਨ ਦੀ ਉੱਪਰਲੀ ਤਹਿ ਆ ਉਹ ਵੀ ਸਾਡੀ ਸਖਤ ਹੋ ਜਾਂਦੀ ਹੈ। ਤੇ ਜਦੋਂ ਅਸੀਂ ਝੋਨੇ ਤੋਂ ਬਾਅਦ ਕਣਕ ਲਾਉਂਦੇ ਆ, ਕਈ ਜਿਹੜੀਆਂ ਭਾਰੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਤਾਂ ਜਿਹੜੀ ਕਣਕ ਦੇ ਥੱਲੜੇ ਪੱਤੇ ਪੀਲੇ ਪੈ ਜਾਂਦੇ ਆ, ਉਹ ਸਿਰਫ ਉਹੀ ਆ ਵੀ ਹਾਰਡ ਪੈਨ ਕਰਕੇ। ਤੇ ਇਹਦੇ ਤਹਿ ਤੋੜਨ ਵਾਸਤੇ ਕਿਸਾਨ ਵੀਰਾਂ ਨੂੰ ਦੂਜੇ ਤਹਿ ਤੋੜ ਹਲ ਜਿਹੜੇ ਉਹ ਵੀ ਵਰਤਣੇ ਪੈਂਦੇ ਆ। ਤੋ ਬਿਹਤਰ ਇਹੀ ਆ ਵੀ ਸਾਡੀ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹ ਵੀ ਸਾਡੀ ਬਰਕਰਾਰ ਰਹੇ। ਮੈਂ ਕਿਸਾਨ ਵੀਰੋ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ, ਅਸੀਂ ਯੂਨੀਵਰਸਿਟੀ ਦੇ ਵਿੱਚ ਤਜਰਬਾ ਕੀਤਾ, ਅਸੀਂ ਮੱਕੀ ਤੋਂ ਬਾਅਦ ਕਣਕ ਲਾਈ, ਅਸੀਂ ਇਸੇ ਤਰ੍ਹਾਂ ਹੀ ਅਸੀਂ ਝੋਨੇ ਤੋਂ ਬਾਅਦ ਕਣਕ ਲਾਈ। ਜਿਹੜੀ ਅਸੀਂ ਝੋਨੇ ਤੋਂ ਬਾਅਦ ਕਣਕ ਲਾਉਂਦੇ ਆ ਉਹਦਾ ਝਾੜ ਘੱਟ ਆਉਂਦਾ ਉਹਦੇ ਮੁਕਾਬਲੇ ਜਦੋਂ ਅਸੀਂ ਮੱਕੀ ਤੋਂ ਬਾਅਦ ਕਣਕ ਲਾਉਂਦੇ ਆ। ਤਾਂ ਮੱਕੀ ਤੋਂ ਬਾਅਦ ਸਾਡਾ ਕਣਕ ਦਾ ਜਿਹੜਾ ਝਾੜ ਆ ਉਹ ਵੀ ਸਾਡਾ ਵੱਧਦਾ। ਤੇ ਇਹ ਨਹੀਂ ਹੈਗਾ ਵੀ ਮੱਕੀ ਝੋਨਾ ਕਣਕ ਦਾ ਸਾਡਾ ਵੀ ਪੈਸੇ ਸਾਨੂੰ ਜ਼ਿਆਦਾ ਆਉਂਦੇ ਆ, ਮੱਕੀ ਕਣਕ ਤੋਂ ਬਾਅਦ ਵੀ ਸਾਨੂੰ ਪੈਸੇ ਪੂਰੇ ਆਉਂਦੇ ਆ। ਤੇ ਨਾਲ ਦੀ ਨਾਲ ਹੀ ਜਿਹੜੀ ਸਾਡੀ ਪਾਣੀ ਆ, ਜਿਹੜੇ ਸਾਡੀ ਅਨਮੋਲ ਜਿਹੜਾ ਸਾਡਾ ਜੀਵਨ ਦਾ ਜਿਹੜਾ ਤੋਹਫਾ, ਜਿਹੜਾ ਪਰਮਾਤਮਾ ਦਾ ਕੁਦਰਤ ਦਾ ਤੋਹਫਾ, ਉਹ ਵੀ ਸਾਡਾ ਮੱਕੀ ਕਣਕ ਫਸਲੀ ਚੱਕਰ ਦੇ ਵਿੱਚ ਸਾਡਾ ਬਹੁਤ ਬਚਦਾ। ਸੋ ਮੱਕੀ ਦੀ ਕਾਸ਼ਤ ਬਾਰੇ ਜਿਹੜੀਆਂ ਗੱਲਾਂ ਅਸੀਂ ਅੱਜ ਕੀਤੀਆਂ, ਮੈਂ ਸਮਝਣਾ ਇਹ ਸਾਡੇ ਭਵਿੱਖ ਵਾਸਤੇ ਨਵਾਂ ਰਾਹ ਸਾਡਾ ਪੱਧਰਾ ਕਰਦੀ ਹੈ। ਭਾਵੇਂ ਝੋਨੇ ਦੀ ਖੇਤੀ 'ਚ ਸਾਨੂੰ ਪੈਸਾ ਚੰਗਾ ਲੱਭਦਾ ਹੈ, ਲੇਕਿਨ ਜੇ ਅਸੀਂ ਕੁਦਰਤੀ ਵਸੀਲਿਆਂ ਦੀ ਗੱਲ ਕਰੀਏ, ਖੇਤੀ ਖਰਚਿਆਂ ਦੀ ਗੱਲ ਕਰੀਏ, ਤੇ ਮੱਕੀ ਤੋਂ ਬਣਨ ਵਾਲੇ ਪਦਾਰਥਾਂ ਦੀ ਗੱਲ ਕਰੀਏ, ਕੁੱਲ ਮਿਲਾ ਕੇ ਮੱਕੀ ਦੀ ਫਸਲ ਜਿਹੜੀ ਹੈ ਭਵਿੱਖ ਦੀ ਫਸਲ ਸਾਡੀ ਬਣ ਸਕਦੀ ਹੈ, ਬਸ਼ਰਤੇ ਅਸੀਂ ਤਕਨੀਕੀ ਤਰੀਕਿਆਂ ਦੇ ਨਾਲ, ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਔਰ ਸਹੀ ਕਿਸਮਾਂ ਦੀ ਕਾਸ਼ਤ ਸਹੀ ਵੇਲੇ ਕਰਦੇ ਹੋਏ ਮੱਕੀ ਦੀ ਕਾਸ਼ਤ ਤੋਂ ਚੰਗਾ ਮੁਨਾਫਾ ਹਾਸਲ ਕਰੀਏ। ਬਹੁਤ ਬਹੁਤ ਮਿਹਰਬਾਨੀ ਜੀ।